अस्सलाम वालेकुम। दोस्तों, तीन चार इशूज़ ने बड़े सीरियस किस्म के ਜਿਹੜੇ ਪਾਕਿਸਤਾਨ ਦੇ ਵਿੱਚ ਇਸ ਵਕਤ ਕੁਝ ਤਾਂ ਮੀਡੀਆ ਦੇ ਉੱਤੇ ਜ਼ੇਰੇ ਬਹਿਸ ਹੈਗੇ ਨੇ ਤੇ ਕੁਝ ਐਸੇ ਇਸ਼ੂਜ਼ ਨੇ ਜਿਹੜੇ ਮੀਡੀਆ ਦੇ ਉੱਤੇ ਬਾਵਜੂਦ ਨਹੀਂ ਆ ਰਹੇ ਤੇ ਉਹ ਚੰਕਸ ਹੈਗੇ ਨੇ ਮੁxtਲਿਫ ਇਲਾਕਿਆਂ ਦੇ ਵਿੱਚ ਉਹਨਾਂ ਦੀ ਆਪਣੀ ਅਹਿਮੀਅਤ ਔਰ ਆਪਣੇ ਮੁਕਾਮੀ ਮਸਾਇਲ ਦੇ ਹਵਾਲੇ ਨਾਲ ਮੈਂ ਇੱਕ ਇੱਕ ਕਰਕੇ ਉਹ ਰੱਖ ਦੇਣਾ ਤੇ ਫਿਰ ਉਹਦੇ ਨਾਲ ਅਸੀਂ ਆਖਰ ਤੇ ਸਾਰੀ ਤਸਵੀਰ ਜਿਹੜੀ ਹੈ ਮੁਲਕ ਦੇ ਵਿੱਚ ਜੋ ਕੁਝ ਹੋ ਰਿਹਾ ਵੇ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਬਲਕਿ ਬਣਾਉਣ ਦੀ ਕੋਸ਼ਿਸ਼ ਕੀ ਕਰਾਂਗੇ, ਤਸਵੀਰ ਬਣੀ ਪਈ ਹੈ, ਮੈਂ ਸਿਰਫ ਉਹ ਟੁਕੜੇ ਤੁਹਾਡੇ ਸਾਹਮਣੇ ਰੱਖਣੇ ਨੇ। ਤੇ ਹੋਇਆ ਹੈ ਕਿ ਕਰਮ ਏਜੰਸੀ ਅਫਗਾਨਿਸਤਾਨ ਦੇ ਨਾਲ ਇਲਾਕਾ ਲੱਗਦਾ ਹੈ ਔਰ ਉਸ ਇਲਾਕੇ ਦੇ ਵਿੱਚ ਪਿਛਲੇ 2-3 ਦਿਨਾਂ ਦੇ ਵਿੱਚ 45 ਬੰਦੇ ਮਰ ਗਏ ਨੇ ਔਰ ਇਹ ਬੰਦੇ ਮਰੇ ਨੇ ਉੱਥੇ ਕਬਾਇਲੀ ਤਸਾਦਮ ਹੋਇਆ। ਤਸਾਦਮ ਹੈਗਾ ਵੇ ਇੱਕ ਸ਼ੌਕ ਨਾਲ ਜਗ੍ਹਾ, ਉਹਦੇ ਉੱਤੇ ਝਗੜਾ ਕੁਝ ਸਾਲ ਪਹਿਲੇ ਵੀ ਹੋਇਆ ਔਰ ਪਿਛਲੇ ਸਾਲ ਜਿਰਗਾ ਹੋਇਆ। ਜਿਰਗੇ ਨੇ ਉੱਥੋਂ ਦੇ ਰੀਤ ਰਿਵਾਜ ਦੇ ਮੁਤਾਬਕ ਇਹ ਫੈਸਲਾ ਦਿੱਤਾ ਕਿ ਜਿਹੜੇ ਕਬੀਲੇ ਦਾ ਦਾਅਵਾ ਇਹਦੇ ਉੱਤੇ ਔਰ ਦਾਅਵਾ ਸੱਚ ਸਾਬਤ ਹੋ ਗਿਆ, ਉਹਨਾਂ ਨੇ ਕਿਹਾ ਜੀ ਕਿ ਬਰਾਹ ਰਾਸਤ ਇਹਨਾਂ ਨੂੰ ਕਬਜ਼ਾ ਨਹੀਂ ਦਿੰਦੇ, ਕਿਸੇ ਇੱਕ ਥਰਡ ਪਾਰਟੀ ਨੂੰ ਇਹਦਾ ਕਬਜ਼ਾ ਦੇ ਦਿਓ 1 ਸਾਲ ਵਾਸਤੇ ਤੇ ਇਹਦਾ ਜਿਹੜਾ ਠੇਕਾ ਹੋਏਗਾ ਉਹ ਜਿਹੜਾ ਇਹਦਾ ਮਾਲਕ ਇੱਕ ਕਬੀਲਾ ਹੈਗਾ ਉਹਨੂੰ ਦੇ ਦਿਓ। ਅੱਛਾ, ਉਹ ਹੁਣ ਸਾਲ ਪੂਰਾ ਹੋ ਗਿਆ, ਪਰ ਜਦੋਂ ਉਹ ਕਬੀਲਾ ਜਿਹੜਾ ਉਹਦਾ ਮਾਲਕ ਹੈ ਉਹ ਕਬਜ਼ਾ ਲੈਣ ਉੱਥੇ ਗਿਆ ਤੇ ਫਿਰ ਉਹ ਜਿਹੜਾ ਦੂਸਰਾ ਮੁਖਾਲਫ ਕਬੀਲਾ ਹੈ ਉਹਨੇ ਉੱਥੇ ਫਿਰ ਫਾਇਰਿੰਗ ਕਰ ਦਿੱਤੀ ਔਰ ਉਸ ਫਾਇਰਿੰਗ ਦੇ ਵਿੱਚ 45 ਬੰਦੇ ਮਰ ਗਏ। ਇਹ 1 2 4 ਬੰਦੇ ਦੀ ਗੱਲ ਨਹੀਂ ਕਿ 45 ਬੰਦੇ ਮਰਨ ਦਾ ਮਾਮਲਾ ਹੈ, ਲੇਕਿਨ ਸਾਡੇ ਮੀਡੀਆ ਦੇ ਉੱਤੇ ਉਸ ਤਰ੍ਹਾਂ ਉਹ ਦੱਸਿਆ ਨਹੀਂ ਜਾ ਰਿਹਾ। ਸ਼ਾਇਦ ਇਹ ਡਰ ਹੈ ਕਿ ਕਿਤੇ ਸਨਸਨੀਖੇਜ਼ੀ ਜਾਂ ਇਹਦੇ ਨਾਲ ਮੁਲਕ ਦੇ ਵਿੱਚ ਜਿਹੜੀ ਇੰਤਸ਼ਾਰ ਦੀ ਕੈਫੀਅਤ ਹੈ ਔਰ ਜਿਹੜੀ ਇਹ ਕੈਫੀਅਤ ਹੈ ਕਿ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਜਿਹੜੇ ਨੇ ਉਹ ਬਿਲਕੁਲ ਬੇਬਸ ਹੈਗੇ ਨੇ ਔਰ ਉਹ ਕੁਝ ਵੀ ਨਹੀਂ ਕਰ ਰਹੇ। ਤੇ ਇੱਥੇ ਵੀ ਸਾਨੂੰ ਇਹੀ ਨਜ਼ਰ ਆਉਂਦਾ ਹੈ ਕਿ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਦਾ ਕੋਈ ਰੋਲ ਹੀ ਨਹੀਂ ਜਿਵੇਂ, ਤੇ ਲੋਕ ਆਪੇ ਹੀ ਆਪਣਾ ਇਨਸਾਫ ਕਰਦੇ ਪਏ ਨੇ ਤੇ 45 ਬੰਦੇ ਮਰ ਗਏ ਨੇ ਉੱਥੇ। ਇਹ KPK ਦੀ ਜਿਹੜੀ ਗਵਰਨਮੈਂਟ ਹੈ ਉਹਦੇ ਵਾਸਤੇ ਲਮਹਾ ਫਿਕਰੀ ਹੈ, ਜ਼ਾਹਿਰ ਹੈ ਬੁਨਿਆਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਵਫਾਕੀ ਇਦਾਰੇ ਜਿਹੜੇ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਵੇਖਦੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਉਹ ਇੱਥੇ ਬਰ ਵਕਤ ਤਵੱਜੋ ਨਹੀਂ ਦੇ ਪਾਏ ਔਰ ਹਾਲੇ ਤੱਕ ਜਿਹੜੀ ਉੱਥੇ ਮਸਾਇਲ ਔਰ ਕਸ਼ੀਦਗੀ ਉਹ ਬਰਕਰਾਰ ਹੈ। ਇਹ ਕੁਰਮ ਦਾ ਇਲਾਕਾ ਹੈ, ਇਹ ਅਫਗਾਨਿਸਤਾਨ ਦੇ ਬਾਰਡਰ ਦੇ ਨਜ਼ਦੀਕ। ਦੂਸਰਾ ਇਸ਼ੂ ਹੈ ਬਲੂਚਿਸਤਾਨ ਦੇ ਵਿੱਚ। ਬਲੂਚਿਸਤਾਨ ਦੇ ਵਿੱਚ ਡਾਕਟਰ ਮਾਰੰਗ ਬਲੋਚ ਜਿਹੜੇ ਸਰਦੀਆਂ ਦੇ ਵਿੱਚ ਇਸਲਾਮਾਬਾਦ ਦੀ ਆਪਣਾ ਇੱਕ ਮਾਰਚ ਲੈ ਕੇ ਆਈਆਂ ਸਨ, ਉਹਨਾਂ ਨੇ ਉੱਥੇ ਖਾਸਾ ਵੱਡਾ ਇੱਕ ਇਕੱਠ ਇਕੱਠਾ ਕੀਤਾ ਹੈ ਔਰ ਗਵਾਦਰ ਦੇ ਵਿੱਚ ਉਹ ਬਲੋਚ ਕੌਮੀ ਇੱਕ ਜਿਹੜਾ ਇਜਤਮਾ ਉਹ ਉਹਨਾਂ ਨੇ ਕੀਤਾ ਤੇ ਉਹ ਇਜਤਮਾ ਜਿਹੜਾ ਹੈ ਹੈਗਾ ਤਾਂ ਥੋੜ੍ਹੀ ਦੇਰ ਵਾਸਤੇ ਸੀ ਜ਼ਾਹਿਰ ਹੈ, ਲੇਕਿਨ ਹੋਇਆ ਇਹ ਵੀ ਕਿ ਇਜਤਮਾ ਵਾਲਿਆਂ ਨੇ ਕਿਹਾ ਕਿ ਸਾਡੇ ਬੰਦੇ ਜਿਹੜੇ ਨੇ ਉਹ ਆ ਰਹੇ ਸਨ ਇੱਥੇ ਤੇ ਉਹਨਾਂ ਨੂੰ ਰੋਕਿਆ ਗਿਆ। ਪੁਲਿਸ ਔਰ ਦੂਸਰੇ ਇਦਾਰੇ ਜਿਹੜੇ ਉਹਨਾਂ ਦੇ ਅਹਿਲਕਾਰਾਂ ਨੇ ਉਹਨਾਂ ਦੇ ਕਾਫਲਿਆਂ ਨੂੰ ਰੋਕਿਆ ਤੇ ਗ੍ਰਿਫਤਾਰ ਵੀ ਕੀਤਾ ਤੇ ਹੁਣ ਉਹ ਉਨੀ ਦੇਰ ਤੱਕ ਉੱਥੋਂ ਨਹੀਂ ਉੱਠਣਗੇ ਜਿੰਨੀ ਦੇਰ ਤੱਕ ਉਹ ਬੰਦਿਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਔਰ ਜਿੰਨੀ ਦੇਰ ਤੱਕ ਉਹ ਗ੍ਰਿਫਤਾਰ ਲੋਕ ਜਿਹੜੇ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਏਗਾ। ਇਹ ਇੱਕ ਸੀਰੀਅਸ ਮਸਲਾ ਹੈ। ਬਲੂਚਿਸਤਾਨ ਦੇ ਵਿੱਚ ਅਸੀਂ ਉਹ ਵੀਡੀਓਜ਼ ਦੇਖ ਰਹੇ ਹਾਂ ਕਿ ਇਜਤਮਾ ਬਹੁਤ ਵੱਡਾ ਹੈ। ਬਲੂਚਿਸਤਾਨ ਦੀ ਜਿੰਨੀ ਕੋ ਆਬਾਦੀ ਹੈ ਨਾ ਉਸ ਹਿਸਾਬ ਨਾਲ ਇਹ ਖਾਸਾ ਅਹਿਮ ਗੱਲ ਹੈ ਔਰ ਇਹਦੇ 'ਤੇ ਤਵੱਜੋ ਦੇਣ ਦੀ ਜ਼ਰੂਰਤ ਹੈਗੀ। ਬਲੂਚਿਸਤਾਨ ਬਾਵਜੂਦ ਸਾਡੇ ਕੌਮੀ ਮੰਜ਼ਰਨਾਮੇ 'ਤੇ ਉਨੀ ਜਗ੍ਹਾ ਨਹੀਂ ਆ ਪਾਉਂਦਾ, ਉਹਦੀ ਨਹੀਂ ਮਿਲਦੀ ਜਗ੍ਹਾ ਉਹਨੂੰ, ਉਹਦੇ ਇਸ਼ੂਜ਼ ਉਹਨੇ ਡਿਸਕਸ ਨਹੀਂ ਹੁੰਦੇ, ਉਹਦੇ ਮਸਾਇਲ ਉਹਨੇ ਡਿਸਕਸ ਨਹੀਂ ਹੁੰਦੇ ਜਿੰਨੇ ਕੁ ਉਹ ਡਿਜ਼ਰਵ ਕਰਦਾ ਹੈ। ਇਲਾਕਾ ਭਾਵੇਂ ਆਬਾਦੀ ਦੇ ਲਿਹਾਜ਼ ਨਾਲ ਛੋਟਾ ਹੈ ਲੇਕਿਨ ਰਕਬੇ ਦੇ ਲਿਹਾਜ਼ ਨਾਲ ਤਕਰੀਬਨ ਅੱਧਾ ਪਾਕਿਸਤਾਨ ਹੈ ਔਰ ਉਹਦੇ ਨਾਲ ਉੱਥੇ ਜਿਹੜੇ ਮਸਾਇਲ ਨੇ ਇਹ ਉਹਦੀ ਸੰਗੀਨੀ ਕੋਈ ਘੱਟ ਨਹੀਂ ਜਾਂਦੀ ਅਗਰ ਅਸੀਂ ਨਹੀਂ ਵਹਾਉਂਦੇ ਜਾਂ ਨਹੀਂ ਡਿਸਕਸ ਕਰਦੇ। ਤੇ ਇਹਨਾਂ ਚੀਜ਼ਾਂ ਦੇ ਨਾਲ ਬਲੂਚਿਸਤਾਨ ਦੇ ਵਿੱਚ ਅਹਿਸਾਸੇ ਮਹਿਰੂਮੀ ਜਿਹੜਾ ਹੈ ਉਹ ਵੱਧਦਾ ਜਾ ਰਿਹਾ। ਅਸੀਂ ਉੱਥੇ ਪਾਕਿਸਤਾਨ ਦੀ ਜਿਹੜੀ ਪਲੈਨਿੰਗ ਹੈ ਅੱਗੇ ਫਿਊਚਰ ਦੇ ਵਿੱਚ ਡਿਵੈਲਪਮੈਂਟ ਦੀ, ਉਹਦਾ ਇਨਸਾਰ ਬਲੂਚਿਸਤਾਨ ਦੇ ਪ੍ਰੋਜੈਕਟਸ ਦੇ ਉੱਤੇ ਨੇ। ਗਵਾਦਰ ਕਿਸ ਤਰ੍ਹਾਂ ਤਰੱਕੀ ਦੇ ਵਿੱਚ ਮਦਦਗਾਰ ਹੁੰਦਾ ਹੈ, ਸੀਪੈਕ ਦੇ ਵਿੱਚ ਬਲੂਚਿਸਤਾਨ ਦਾ ਕੀ ਰੋਲ ਹੈਗਾ ਵੇ ਔਰ ਫਿਰ ਉੱਥੇ ਨਵੀਂ ਫਾਰਮਿੰਗ ਔਰ ਨਵੇਂ ਜਿਹੜੇ ਇਕਤਸਾਦੀ ਪ੍ਰੋਜੈਕਟ ਹੈਗੇ ਨੇ ਉਹ ਕਿਸ ਤਰ੍ਹਾਂ ਨੇ, ਉੱਥੋਂ ਦੀ ਜਿਹੜੀ ਲੇਬਰ ਹੈ ਉਹਦੇ ਵਾਸਤੇ ਕੀ ਮੁਰਾਦ ਸਟੇਟ ਦੇ ਰਹੀ ਹੈ, ਰੋਜ਼ਗਾਰ ਕਿਸ ਤਰ੍ਹਾਂ ਲੋਕਾਂ ਨੂੰ ਦੇ ਰਹੀ।
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਉਦੋਂ ਅੱਗੇ ਵਧਣਗੀਆਂ ਜਦੋਂ ਬਲੋਚਾਂ ਦੇ ਨਾਲ ਅਸੀਂ ਗੱਲ ਕਰਾਂਗੇ, ਉਹਨਾਂ ਬਲੋਚਾਂ ਦੇ ਨਾਲ ਜਿਹੜੇ ਇਹਤਜਾਜ ਕਰ ਰਹੇ ਨੇ, ਅਤੇ ਉਹਨਾਂ ਨਾਲ ਗੱਲਬਾਤ ਦਾ ਜਿਹੜਾ ਮੈਕੈਨਿਜ਼ਮ ਹੈ ਸਾਡਾ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਮਜ਼ੋਰ ਹੈ। ਮੀਰ ਸਰਫਰਾਜ਼ ਬੁਗਟੀ ਨੂੰ ਇਸ ਵਾਸਤੇ ਵਜ਼ੀਰ ਆਲਾ ਸ਼ਾਇਦ ਬਣਾਇਆ ਗਿਆ ਸੀ ਕਿ ਉਹਨਾਂ ਦਾ ਇੱਕ ਐਕਸਪੀਰੀਅੰਸ ਹੈਗਾ ਸੀ। ਉਹ ਜਦੋਂ ਵਜ਼ੀਰ ਸਨ ਬਲੋਚਿਸਤਾਨ ਦੇ, ਅਤੇ ਉਹਨਾਂ ਦੇ ਦੌਰ ਦੇ ਵਿੱਚ ਬਹੁਤ ਸਾਰੇ ਜਿਹੜੇ ਫਰਾਰੀ ਸਨ ਉਹਨਾਂ ਨੇ ਹਥਿਆਰ ਸੱਟੇ ਸਨ, ਔਰ ਉਹਨਾਂ ਨੇ ਕੌਮੀ ਧਾਰੇ ਦੇ ਵਿੱਚ ਆਉਣ ਦਾ ਵਾਅਦਾ ਕੀਤਾ। ਇਹ ਉਹਨਾਂ ਦੀ ਕਾਰਕਰਦਗੀ ਸੀ, ਔਰ ਇਹਨੂੰ ਸਾਰਿਆਂ ਨੇ ਸਰਾਹਿਆ ਸੀ ਕਿ ਉਹ ਇੱਕ ਪੁਲ ਬਣ ਰਹੇ ਨੇ। ਫਿਰ ਉਹ ਵਫਾਕੀ ਵਜ਼ੀਰ ਦਾਖਲਾ ਬਣੇ, ਅਤੇ ਉਦੋਂ ਉਹਨਾਂ ਦੇ ਕੁਝ ਅਸੀਂ ਦੇਖੀਆਂ ਚੀਜ਼ਾਂ। ਪਰ ਹੁਣ ਜਦੋਂ ਵਜ਼ੀਰ ਆਲਾ ਹੈਗੇ ਨੇ ਉੱਥੇ ਦੇ ਪੀਪਲਜ਼ ਪਾਰਟੀ ਦੀ ਗਵਰਨਮੈਂਟ ਵੱਲੋਂ, ਅਤੇ ਅਸੀਂ ਉਮੀਦ ਕਰਦੇ ਕਿ ਉਹਨਾਂ ਕੋਲ ਇਖਤਿਆਰ ਜ਼ਿਆਦਾ ਵੇ, ਜ਼ਿਆਦਾ ਪਾਵਰ ਹੈਗੀ, ਔਰ ਫਿਰ ਉਹ ਇਸ ਮੈਕੈਨਿਜ਼ਮ ਨਾਲ ਜੁੜੇ ਵੀ ਹੋਏ ਨੇ, ਅਤੇ ਇਹ ਮਾਮਲਾ ਇੱਥੇ ਤੱਕ ਆਉਣਾ ਹੀ ਨਹੀਂ ਸੀ ਚਾਹੀਦਾ। ਅਗਰ ਤੁਸੀਂ ਵੇਖੋ ਕਿਸੇ ਕੂਵਤ ਨੂੰ ਅਨਐਡਰੈਸ ਛੱਡ ਦਿਓਗੇ ਅਤੇ ਉਹ ਛੋਟਾ ਮਸਲਾ ਵੀ ਵੱਡਾ ਹੋ ਜਾਏਗਾ। ਅਤੇ ਇਹ ਲੋਕਾਂ ਦੇ ਜਿਹੜੇ ਮਸਾਇਲ ਹੁੰਦੇ ਨੇ ਉਹਨੂੰ ਅਗਰ ਤੁਸੀਂ ਗੱਲ ਕਰੋ ਉਹਨਾਂ ਨਾਲ ਜਾ ਕੇ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕੰਸਰਨ ਹੁੰਦੇ ਨੇ ਉਹਨਾਂ ਨੂੰ ਐਡਰੈਸ ਕਰੋ, ਅਤੇ ਮੇਰੇ ਖਿਆਲ ਇਹ ਚੀਜ਼ਾਂ ਥੱਲੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਬਿਲਕੁਲ ਹੀ ਅਸੀਂ ਛੱਡ ਦਿੱਤਾ, ਅਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਉੱਥੇ ਖਾਸੀ ਵੱਡੀ ਮੂਵਮੈਂਟ ਬਣ ਗਈ। ਇੱਕ ਤੀਸਰੀ ਜਿਹੜੀ ਤਸਵੀਰ ਉਹ ਇਹ ਵੇਖ ਕੇ ਚੰਦ ਦਿਨ ਪਹਿਲੇ ਮਨਜ਼ੂਰ ਪਸ਼ਤੀਨ ਜਿਹੜੇ ਨੇ ਉਹਨਾਂ ਨੇ ਐਲਾਨ ਕੀਤਾ ਇੱਕ ਕੌਮੀ ਪਖਤੂਨ ਜਰਗੇ ਦਾ, ਔਰ ਉਹਨਾਂ ਨੇ ਕਿਹਾ ਇਹ ਜਰਗਾ ਹੋਏਗਾ ਔਰ ਅਸੀਂ ਵੇਖਾਂਗੇ ਕਿ ਪਾਕਿਸਤਾਨ ਦੇ ਨਾਲ, ਰਿਆਸਤ ਪਾਕਿਸਤਾਨ ਦੇ ਨਾਲ ਆਪਣੇ ਤਾਲੁਕਾਤ ਨੂੰ ਕਿਸ ਤਰ੍ਹਾਂ ਰੱਖਣੇ। ਜ਼ਾਹਿਰ ਇਹਦੇ ਵਿੱਚ ਇੱਕ ਬੜੀ ਬਰੀਕ ਜੀ ਇੱਕ ਲਾਈਨ ਹੈਗੀ ਜਿਹੜੀ ਇਹ ਵੀ ਦੱਸਦੀ ਕਿ ਅਸੀਂ ਅਲਹਿਦਗੀ ਪਸੰਦੀ ਵੱਲ ਜਾ ਸਕਨੇ। ਇਹ ਇਸ ਤਰ੍ਹਾਂ ਦੀ ਉਹਨਾਂ ਦਾ ਨਰੇਸ਼ਨ ਹੈਗੀ ਸੀ ਇਹਦੇ ਵਿੱਚ। ਅਤੇ ਇਹ ਵਾਲਾ ਮਾਮਲਾ ਕਿਉਂ ਵੱਧ ਰਿਹਾ? ਅਗਰਚੇ ਉਹਨਾਂ ਦੀ ਤਹਿਰੀਕ ਦੇ ਵਬਸਤਾ ਜਿਹੜੇ 2-3 ਬੰਦੇ ਨੇ ਉਹਨਾਂ ਨੂੰ ਕੌਮੀ ਅਸੈਂਬਲੀ ਦਾ ਮੈਂਬਰ ਵੀ ਬਣਨ ਦਾ ਮੌਕਾ ਮਿਲਿਆ, ਕੌਮੀ ਧਾਰੇ ਦੇ ਵਿੱਚ ਵੀ ਹੈਗੇ ਨੇ, ਉਹਦੇ ਬਾਵਜੂਦ ਕੀ ਵਜੂਹਾਤ ਨੇ? ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ KPK ਦੇ ਵਿੱਚ ਜਿਹੜੀ ਸਿਆਸੀ ਤੌਰ 'ਤੇ ਅਸੀਂ ਇੰਤਸ਼ਾਰ ਔਰ ਇੱਕ ਇਸ਼ਤਿਆਲ ਵੇਖਣ ਡਏ ਹਾਂ, ਮਨਜ਼ੂਰ ਪਸ਼ਤੀਨ ਨੂੰ ਆਪਣੇ ਮਕਾਸਦ ਵਾਸਤੇ ਇਸਤੇਮਾਲ ਕਰਨਾ ਚਾਹੁੰਦੇ ਨੇ, ਔਰ ਉਹ ਚਾਹੁੰਦੇ ਨੇ ਕਿ ਪਖਤੂਨਾਂ ਦਾ ਜਿਹੜਾ ਗੁੱਸਾ ਹੈਗਾ ਵੇ ਹਕੂਮਤ ਦੇ ਖਿਲਾਫ, ਮੈਂ ਹੋਰ ਕੋਈ ਪੁਆਇੰਟ ਨਹੀਂ ਕਰਦਾ, ਮੈਂ ਹਕੂਮਤ ਦੀ ਗੱਲ ਕਰਨਾ, ਹਕੂਮਤ ਦੇ ਖਿਲਾਫ ਜਿਹੜਾ ਗੁੱਸਾ ਹੈਗਾ ਵੇ ਉਹਨੂੰ ਇਸਤੇਮਾਲ ਕਰਕੇ ਅਤੇ ਰਿਆਸਤ ਦੇ ਖਿਲਾਫ ਇੱਕ ਖਤਰਾ ਬਣਾਉਣ। ਅਤੇ ਇਹ ਘੱਟ ਹੋ ਸਕਦਾ, ਇਹ ਕਿਵੇਂ ਘੱਟ ਹੋ ਸਕਦਾ, ਕਿੰਨਾ ਲੋਕਾਂ ਨੂੰ ਅੰਗੇਜ ਕਰਕੇ ਹੋ ਸਕਦਾ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਅਤੇ ਹੁਣ ਅਸੀਂ ਇੱਕ ਜਿਹੜਾ ਚੌਥਾ ਇਸ ਸੂਰਤ ਹਾਲ ਦਾ ਇੱਕ ਮੁਜ਼ਾਹਰਾ ਹੈ, ਉਹਨੂੰ ਇਸਲਾਮਾਬਾਦ ਦੇ ਹੱਦ ਤੱਕ ਵੇਖਦੇ ਕਿ ਇਸਲਾਮਾਬਾਦ ਦੇ ਵਿੱਚ ਜਮਾਤ ਇਸਲਾਮੀ ਨੇ ਧਰਨਾ ਦਿੱਤਾ ਹੋਇਆ। ਉਸ ਧਰਨੇ ਦੇ ਵਿੱਚ ਉਹਨਾਂ ਨੇ ਮੁਤਾਲਬੇ ਕੀਤੇ ਨੇ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੇ ਵਿੱਚ, ਆਮ ਜਿਹੜੀਆਂ ਅਸ਼ੀਆ ਦੀਆਂ ਕੀਮਤਾਂ ਨੇ ਉਹਦੇ ਵਿੱਚ ਕੁਝ % ਕਮੀ ਦੇ ਵਾਸਤੇ, ਪੈਟਰੋਲ ਦੀ ਕੀਮਤ ਘੱਟ ਕਰਨ ਵਾਸਤੇ। ਅਤੇ ਇਸ ਮਾਮਲੇ ਦੇ ਵਿੱਚ ਮੇਰੇ ਖਿਆਲ ਹੈ ਕਿ ਜਮਾਤ ਇਸਲਾਮੀ ਦਾ ਜਿਹੜਾ ਇਹ ਇਜਤਮਾ ਹੈ ਉਹਨੂੰ ਇੱਕ ਮਿਸਾਲ ਤਾਂ ਬਹਰਹਾਲ ਇਸ ਹਾਲਾਤ ਦੇ ਵਿੱਚ ਇਹ ਇੱਕ ਮਿਸਾਲ ਬਣਾ ਕੇ ਦਿੱਤਾ ਜਾ ਸਕਦਾ ਕਿ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਅਗਰ ਅਸੀਂ ਇਹਤਜਾਜ ਕਰੀਏ ਜਾਂ ਧਰਨਾ ਦਈਏ ਅਤੇ ਕਿਸ ਤਰ੍ਹਾਂ। ਲੇਕਿਨ ਦੂਸਰੇ ਪਾਸੇ ਅਸੀਂ ਇਹ ਵੀ ਵੇਖਦੇ ਹਾਂ ਕਿ ਜਿਨ੍ਹਾਂ ਜਮਾਤਾਂ ਦੀ, ਧੜਿਆਂ ਦੀ, ਗਰੋਹਾਂ ਦੀ ਅਸੀਂ ਅੱਗੇ ਮਿਸਾਲ ਦਿੱਤੀ, ਮਸਲ ਅਫਗਾਨਿਸਤਾਨ ਦੇ ਬਾਰਡਰ 'ਤੇ ਕੁਰਮ ਏਜੰਸੀ ਦੇ ਵਿੱਚ ਜੋ ਕੁਝ ਹੋ ਰਿਹਾ, ਸਾਬਕ ਏਜੰਸੀ ਦੇ ਵਿੱਚ ਜਿਹੜਾ ਕਿ ਬਲੋਚਾਂ ਦੇ ਇਜਤਮਾ ਦੇ ਵਿੱਚ ਜੋ ਕੁਝ ਹੋ ਰਿਹਾ ਵੇ, ਜਾਂ ਮਨਜ਼ੂਰ ਪਸ਼ਤੀਨ ਜੋ ਕੁਝ ਕਹਿ ਰਹੇ ਨੇ, ਇਹ ਸੂਰਤ ਹਾਲ ਦੇ ਹਵਾਲੇ ਨਾਲ ਰਿਆਸਤ ਦਾ ਨੁਕਤਾ ਨਜ਼ਰ ਥੋੜ੍ਹਾ ਜਿਹਾ ਮੁਖਤਲਿਫ ਹੈ ਹਰ ਇੱਕ ਦੇ ਨਾਲ, ਔਰ ਰਿਆਸਤ ਆਪਣੇ ਮਾਮਲਾਤ ਨੂੰ ਵੇਖਦੇ ਹੋਏ ਇਹਨਾਂ ਨਾਲ ਡੀਲ ਕਰਨ ਲਈ, ਅਤੇ ਜਮਾਤ ਇਸਲਾਮੀ ਦੇ ਨਾਲ ਰਿਆਸਤ ਡੀਲ ਪੋਜ਼ੀਟਿਵਲੀ ਕਰਨ ਲਈ ਹੈ। ਅਤੇ ਸਾਨੂੰ ਉਮੀਦ ਇਹ ਹੁੰਦੀ ਕਿ ਰਿਆਸਤ ਦਾ ਹਾਲੇ ਸ਼ਾਇਦ ਉਹ ਜਿਹੜਾ ਪੁਆਇੰਟ, ਸੋਚ ਜਿਹੜੀ ਉਹ ਬਰਕਰਾਰ ਹੈ ਕਿ ਉਹ ਅੰਗੇਜ ਕਰਕੇ ਮੁਖਤਲਿਫ ਤਨਾਜ਼ਾਤ ਦੇ ਵਿੱਚੋਂ ਉਹਨਾਂ ਨੂੰ ਅਮਨ ਵਾਸਤੇ ਵੱਲ ਲੈ ਕੇ ਜਾਵੇ। ਅਤੇ ਅਸੀਂ ਉਮੀਦ ਕਰਨੇ ਕਿ ਜਮਾਤ ਇਸਲਾਮੀ ਦੇ ਨਾਲ ਜਿਸ ਤਰ੍ਹਾਂ ਗਵਰਨਮੈਂਟ ਮੁਜ਼ਾਕਰਾਤ ਕਰਨ ਦੀ ਕੋਸ਼ਿਸ਼ ਕਰਨ ਲਈ, ਉਹਨਾਂ ਦੇ ਮੁਤਾਲਬਾਤ ਨੂੰ ਵੇਖਣ ਲਈ ਯਕੀਨ ਦਹਾਨੀਆਂ ਕਰਾ ਰਹੀ, ਇਸੇ ਤਰ੍ਹਾਂ ਬਾਕੀ ਜਿਹੜੇ ਸੈਗਮੈਂਟ ਨੇ, ਜਿਹੜੀਆਂ ਤਸਵੀਰਾਂ ਦੇ ਵੇਖ ਕੇ ਸਾਡਾ ਦਿਲ ਮੁਤਮਈਨ ਨਹੀਂ ਹੋ ਰਿਹਾ, ਇੱਕ ਤਸ਼ਵੀਸ਼ ਦੀ ਕੈਫੀਅਤ ਪੈਦਾ ਹੋ ਰਹੀ ਹੈ ਦਿਲ ਦੇ ਵਿੱਚ ਕਿ ਪਾਕਿਸਤਾਨ ਕਿਹੜੇ ਰੁਖ 'ਤੇ ਜਾ ਰਿਹਾ। ਅਗਰਚੇ ਇੰਝ ਹੁੰਦਾ ਕਿ ਰੋਜ਼ ਜਦੋਂ ਦਫ਼ਤਰ ਆਈਦਾ ਨਾ, ਤਾਂ ਇਹੀ ਹੁੰਦਾ ਕਿ ਅੱਜ ਕਿਹੜਾ
ਮਸਲਾ ਹੈ ਜਿਹਨੂੰ ਅਸੀਂ ਜ਼ੇਰੇ ਬਹਿਸ ਲਿਆਉਣਾ ਵੇ। ਲਿਖਣਾ ਵੀ ਹੁੰਦਾ, ਉਹਦੇ 'ਤੇ ਗੱਲ ਵੀ ਕਰਨੀ ਹੁੰਦੀ, ਅਤੇ ਕਿਤੇ ਨਾ ਕਿਤੇ ਫੀਡਬੈਕ ਵੀ ਕਿਸੇ ਪ੍ਰੋਗਰਾਮ 'ਚ ਦੋਸਤਾਂ ਨਾਲ ਕਰਨਾ ਹੁੰਦਾ, ਅਤੇ ਉਹ ਇੱਕ ਰਹਿੰਦੀ ਇੱਕ ਗੱਲ। ਲੇਕਿਨ ਹੁਣ ਤੁਸੀਂ ਯਕੀਨ ਕਰੋ ਕਿ ਐਡਾ ਆਸਾਨ ਹੋ ਗਈ, ਯਾਨੀ ਪ੍ਰੋਫੈਸ਼ਨਲ ਹਵਾਲੇ ਨਾਲ ਮੈਂ ਗੱਲ ਕਰਨੀ ਕਿ ਆਸਾਨੀ ਕਿ ਰੋਜ਼ ਕੋਈ ਨਾ ਕੋਈ ਇਸ਼ੂ ਤਾਂ ਲੱਭ ਹੀ ਜਾਣਾ ਹੈ ਜੀ। ਪਰ ਪਾਕਿਸਤਾਨ ਨੂੰ ਜਦੋਂ ਵੇਖੀਏ ਨਾ ਤਾਂ ਫਿਰ ਅਫਸੋਸ ਹੁੰਦਾ ਕਿ ਇਹ ਜਿਹੜੇ ਇਸ਼ੂ ਲੱਭਣੇ ਆਸਾਨ ਹੋ ਗਏ ਨੇ ਸਾਡੇ ਵਾਸਤੇ ਮੀਡੀਆ ਦੇ, ਇਹ ਪਾਕਿਸਤਾਨ ਦੇ ਬੁਹਰਾਨ ਦੇ ਵਿੱਚ ਇਜ਼ਾਫੇ ਦੀ ਵਜ੍ਹਾ ਹੈ। ਅਤੇ ਦੁਆਵਾਂ ਕਰਨੇ ਕਿ ਇਹ ਸੂਰਤ ਹਾਲ ਮਸਬਤ ਰੁਖ 'ਤੇ ਆਵੇ, ਚੰਗੇ ਰੁਖ 'ਤੇ ਆਵੇ, ਅਤੇ ਸਾਰੇ ਸੁੱਖ ਸ਼ਾਂਤੀ ਦੇ ਨਾਲ ਰਹਿਣ, ਅਤੇ ਜੀਂਦੇ ਰਹੋ ਔਰ ਵਸਦੇ ਰਹੋ।